ਸਤਿ ਸ਼੍ਰੀ ਅਕਾਲ। ਲੋਕਰਾਣਾ ਚੈਨਲ ਪੰਜਾਬੀ ਦੇ ਪ੍ਰੋਗਰਾਮ ਸਿੱਧੇ ਸਵਾਲ ਦੇ ਵਿੱਚ ਸਾਰਿਆਂ ਨੂੰ ਜੀ ਆਇਆਂ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਹੋਣਗੇ ਸਿਆਸੀ ਮਾਹਿਰ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਸਾਹਿਬ। ਜੀ ਆਇਆਂ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ, ਔਰ ਤੁਹਾਡੇ ਰਾਹੀਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਧਾਲੀਵਾਲ ਸਾਹਿਬ, ਕਿਸਾਨ ਅੰਦੋਲਨ ਸਫਲਤਾਪੂਰਵਕ ਸਮਾਪਤੀ ਤੇ ਆ ਗਿਆ। 11 ਤਰੀਕ ਨੂੰ ਕਿਸਾਨ ਘਰੇ ਵਾਪਸੀ ਕਰਨਗੇ। 13 ਤਰੀਕ ਨੂੰ 32 ਕਿਸਾਨ ਜਥੇਬੰਦੀਆਂ ਦੇ ਆਗੂ ਦਰਬਾਰ ਸਾਹਿਬ ਨਮਸਤਕ ਹੋਣਗੇ। 15 ਤਰੀਕ ਨੂੰ ਜਿੰਨੇ ਟੋਲ ਪਲਾਜ਼ਿਆਂ ਤੇ ਮੌਲਾਂ ਦੇ ਅੱਗੇ ਅੰਦੋਲਨ ਚੱਲਦੇ ਸੀ ਪੰਜਾਬ ਦੇ ਵਿੱਚ ਜਾਂ ਦੇਸ਼ ਪੱਧਰ ਤੇ ਜਿੱਥੇ ਵੀ ਵਿਰੋਧ ਹੋ ਰਿਹਾ ਸੀ ਕਾਰਪੋਰੇਟ ਦਾ, ਉਹ ਸਾਰੇ ਖਤਮ ਕੀਤੇ ਜਾਣਗੇ। MSP ਤੇ ਕਮੇਟੀ ਬਣ ਗਈ। ਬਾਕੀ ਗੱਲਾਂ ਨੂੰ ਸਰਕਾਰ ਮੰਨ ਗਈ। ਕਈ ਗੱਲਾਂ ਨੂੰ ਸਰਕਾਰ ਖੈਰ ਅਸੀਂ ਜਿਵੇਂ ਲਖੀਮਪੁਰ ਘਟਨਾ ਜਾਂ ਹੋਰ ਉਹ ਜੇ ਪੈਂਡਿੰਗ ਨੇ, ਪਰ ਮੋਟੀਆਂ ਮੰਗਾਂ ਸਰਕਾਰ ਨੇ ਮੰਨ ਲਈ ਹੈ। ਕਿਸਾਨ ਅੰਦੋਲਨ ਅਸੀਂ ਜਾਣਦੇ ਕਿ 3 ਖੇਤੀ ਕਾਨੂੰਨਾਂ ਤੇ ਲੜਿਆ ਜਾ ਰਿਹਾ ਸੀ। ਖੇਤੀ ਕਾਨੂੰਨ BJP ਸਰਕਾਰ ਨੇ ਵਾਪਸ ਲੈ ਲਏ। ਜੋ ਚਿੱਠੀ ਭੇਜੀ ਸੀ ਕਰੈਕਟ ਕਰਕੇ ਕਿਸਾਨ ਆਗੂਆਂ ਨੇ ਭੇਜੀ, BJP ਹਕੂਮਤ ਨੇ ਉਹ ਐਕਸੈਪਟ ਕਰ ਲਈ। ਉਸ ਤੋਂ ਬਾਅਦ ਹੁਣ MSP ਤੇ ਧਾਲੀਵਾਲ ਸਾਹਿਬ ਕਮੇਟੀ ਬਣ ਗਈ। ਮੈਂ ਦਰਸ਼ਕਾਂ ਨੂੰ ਵੀ ਜ਼ਰੂਰ ਬੇਨਤੀ ਕਰੂੰਗਾ ਕਿ ਜਿਵੇਂ MSP ਤੇ ਕਮੇਟੀ ਬਣੀ ਹੈ, ਤੁਹਾਡੇ ਇਸ ਤੇ ਕੀ ਵਿਚਾਰ ਨੇ? ਤੁਸੀਂ ਕਿਵੇਂ ਸੋਚਦੇ ਹੋ BJP ਸਰਕਾਰ ਦਾ ਅਗਲਾ ਕੀ ਸਟੈਪ ਹੋ ਸਕਦਾ, ਪੈਂਤੜਾ ਕੀ ਹੋ ਸਕਦਾ? MSP ਤੇ ਤੁਹਾਡੇ ਕੀ ਵਿਚਾਰ ਨੇ? ਤੁਸੀਂ ਸਾਨੂੰ ਆਪਣੇ ਵਿਚਾਰ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦਿਓ। ਤੇ ਧਾਲੀਵਾਲ ਸਾਹਿਬ, ਹੁਣ ਅੱਗੇ ਆਪਾਂ ਕਿਵੇਂ ਸਮਝੀਏ? MSP ਤਾਂ ਕਮੇਟੀ ਬਣ ਗਈ, ਆਪਾਂ ਨੇ ਗੱਲ ਕਰ ਲਈ। ਦੇਖੋ ਇੱਕ ਧਾਲੀਵਾਲ ਸਾਹਿਬ ਗੱਲ ਹੋਰ, ਕਿਸਾਨ ਆਗੂ ਕਹਿੰਦੇ ਨੇ ਕਿ ਅੰਦੋਲਨ ਹੋਰ ਹੋਊਗਾ। ਇੱਕ ਅੰਦੋਲਨ ਅਸੀਂ ਖੜਾ ਕਰਾਂਗੇ, ਉਹ ਅੰਦੋਲਨ MSP ਦੇ ਉੱਤੇ ਹੀ ਖੜਾ ਹੋਊਗਾ। ਉਸ ਤੋਂ ਪਹਿਲਾਂ ਅਗਲੇ ਪ੍ਰੋਗਰਾਮਾਂ ਦੀ ਰੂਪਰੇਖਾ ਕਿਸਾਨੀ ਅੰਦੋਲਨ ਦੀ ਦੇਖੋ, ਇਹ ਹੈ ਗੁਰਜਿੰਦਰ ਜੀ, ਇਹ ਸਾਰੀ ਸਿਚੁਏਸ਼ਨ ਨੂੰ ਜੇ ਆਪਾਂ ਪੜਾਅਵਾਰ ਦੇਖੀਏ, ਇੱਕ ਸਮੇਂ ਤੇ ਅੰਦੋਲਨ ਸ਼ੁਰੂ ਹੋ ਗਿਆ ਜੀ, ਉਹਦੇ ਵਿੱਚ ਏਕਤਾ ਨਾਲ ਕਿਸਾਨ ਚੱਲੇ, ਔਰ ਇੱਕ ਲੈਵਲ ਇਹ ਆਇਆ ਜਦੋਂ ਪਹਿਲੀ ਵਾਰੀ ਖਨੌਰੀ ਤੋਂ, ਡੱਬ ਵਾਲੀ ਤੋਂ, ਅੰਬਾਲੇ ਤੋਂ ਕਿਸਾਨ ਆਪ ਮੁਹਾਰੇ ਅੱਗੇ ਨੂੰ ਤੁਰ ਗਏ ਜੀ। ਤੇ ਉਸ ਸਮੇਂ ਜਿਨ੍ਹਾਂ ਨੂੰ ਆਪਾਂ ਇਹ ਸਮਝਦੇ ਹਾਂ ਉਗਰਾਹਾਂ ਸਾਹਿਬ, ਜਿਹੜੇ ਅੰਦੋਲਨ ਦੇ ਵਿੱਚ ਆਪਦਾ ਬਹੁਤ ਵੱਡਾ ਕਾਡਰ, ਜੇ ਮੈਂ ਸਮਝਦਾ ਕਾਡਰ ਵਾਈਜ਼ ਉਹਨਾਂ ਦਾ ਸਭ ਤੋਂ ਵੱਡਾ ਯੋਗਦਾਨ ਹੈ। ਰਾਜੇਵਾਲ ਨੂੰ ਜੇ ਮੈਂ ਸਮਝਦਾ ਕਿ ਸਭ ਤੋਂ ਸਿਆਣਾ ਤੇ ਟੈਕਨੀਕਲੀ ਅੱਛੀ ਨੌਲੇਜ ਰੱਖਣ ਵਾਲਾ, ਸਰਕਾਰ ਦੇ ਸਾਹਮਣੇ ਬਹੁਤ ਗੱਲ ਰੱਖਣ ਵਾਲਾ, ਇਹਦੇ ਵਿੱਚ ਪੰਜਾਬ ਦੇ ਵਿੱਚੋਂ ਇਹ 2 ਵੱਡੇ ਲੀਡਰ ਉੱਭਰੇ। ਤੇ ਤੀਸਰੇ ਸੀ ਉਹ ਧੜਾ ਜਿਹੜਾ ਮਨਜੀਤ ਪੰਧੇਰ ਹੋਣਾ ਦਾ ਜੀ। ਉਸ ਸਮੇਂ ਜਦੋਂ ਲੋਕ ਆਪ ਮੁਹਾਰੇ ਨਿਕਲੇ ਤਾਂ ਮੈਨੂੰ ਇਹ ਕਹਿਣ 'ਚ ਕੋਈ ਸੰਕੋਚ ਨਹੀਂ ਕਿ ਇੱਕ ਵਾਰੀ ਲੀਡਰਾਂ ਦੇ ਮੂੰਹ ਤੇ ਮਾਯੂਸੀ ਆ ਗਈ ਸੀ ਕਿ ਜੇਕਰ ਲੋਕ ਏਦਾਂ ਆਪ ਮੁਹਾਰੇ ਚੱਲਣਗੇ ਤਾਂ ਇਸ ਅੰਦੋਲਨ ਤੇ ਕੰਟਰੋਲ ਕਿੱਦਾਂ ਹੋਵੇਗਾ? ਇਹ ਅੰਦੋਲਨ ਨੂੰ ਅਸੀਂ ਸ਼ਾਂਤਮਈ ਜਾਂ ਆਪਣੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਅਖੀਰਲੇ ਪੜਾਅ ਤੱਕ ਕਿਵੇਂ ਲੈ ਕੇ ਜਾਵਾਂਗੇ? ਔਰ ਇਹੀ ਜਿਹੜੀਆਂ ਕਣਸੋਆਂ ਸੀ ਜਾਂ ਇਹੀ ਉਹਦੀਆਂ ਰਿਪੋਰਟਾਂ ਸੀ ਇੰਟੈਲੀਜੈਂਸ ਦੀਆਂ, ਇਹਨਾਂ ਰਿਪੋਰਟਾਂ ਨੇ ਸਰਕਾਰ ਨੂੰ ਬਲ ਦਿੱਤਾ ਕਿ ਆਪਾਂ ਆਪਣੇ ਹੱਥ ਕੰਡੇ ਵਰਤ ਕੇ ਇਹਨਾਂ ਨੂੰ ਆਪਾਂ ਆਊਟ ਆਫ ਟਰੈਕ ਕਰ ਸਕਦੇ ਹਾਂ, ਦੂਜੇ ਪਾਸੇ ਲੈ ਜਾਵਾਂਗੇ ਤੇ ਜਦੋਂ ਵਾਇਲੈਂਸ ਹੋਊਗੀ ਅੰਦੋਲਨ ਕੋ ਚੱਲ ਦਾਂਗੇ। ਔਰ ਲਗਭਗ ਜੇ ਮੈਨੂੰ ਇਹ 'ਚ ਕਹਿਣ 'ਚ ਕੋਈ ਸੰਕੋਚ ਨਹੀਂ ਕਿ 26 ਜਨਵਰੀ ਦੀ ਘਟਨਾ ਦੇ ਵਿੱਚ ਸਰਕਾਰ ਨੇ ਇਹ ਛੜਯੰਤਰ ਕੁਛ ਆਪਣੇ ਚਹੇਤਿਆਂ ਰਾਹੀਂ ਜਾਂ ਕੁਛ ਗਰਮ ਖਿਆਲੀ ਲੋਕਾਂ ਰਾਹੀਂ, ਜੇ ਮੈਂ ਕਹਾਂ ਜ਼ਰੂਰੀ ਨਹੀਂ ਵੀ ਉਹ BJP ਦੇ ਲੋਕ ਹੋਣ, ਉਹ ਗਰਮ ਖਿਆਲੀ ਸੀ, ਉਹ ਕਿਸਾਨੀ ਅੰਦੋਲਨ ਨਾਲ ਉਹਨਾਂ ਦੀ ਤਾਲਮੇਲ ਨਾ ਬਿਠਾ ਕੇ ਆਪ ਮੁਹਾਰੇ ਚੱਲੇ ਔਰ ਉਸ ਦਾ ਅੰਦੋਲਨ ਨੂੰ ਨੁਕਸਾਨ ਹੋਇਆ। ਪਰੰਤੂ ਬਹੁਤ ਜਲਦੀ ਕਿਸਾਨਾਂ ਦੇ ਜਿਹੜੇ, ਮੈਂ ਤੁਹਾਨੂੰ ਆਹ ਨਾਂ ਲਿਆ ਪੰਜਾਬ ਦੇ ਲੀਡਰਾਂ ਦੇ, ਤੇ ਹੋਰ ਲੀਡਰ ਜਿਹੜੇ ਪੰਜਾਬ ਦੇ ਸੀ, ਉਹ ਸਿਰ ਜੋੜ ਕੇ ਬੈਠੇ। ਅਤੇ ਉਸ ਘਟਨਾ ਤੋਂ ਬਾਅਦ ਜਿਹੜਾ ਇੱਕ ਗਰੁੱਪ ਉਹ ਮਨਜੀਤ ਧਨੇਰ ਹੋਣ ਵਾਲਾ ਵੱਖਰਾ ਚੱਲ ਰਿਹਾ ਸੀ, ਉਹ ਗਰੁੱਪ ਤੇ ਵੀ ਪ੍ਰੈਸ਼ਰ ਆਇਆ। ਸਭ ਤੋਂ ਪਹਿਲਾਂ ਕਿੱਲਾਂ ਰੋੜੇ ਉੱਥੇ ਵੱਜੇ ਤੇ ਸਭ ਤੋਂ ਪਹਿਲਾਂ ਉਹ ਗਰੁੱਪ ਇੰਨਾ ਡਰਿਆ, ਸਰਵਣ ਪੰਧੇਰ ਜਿਹੜਾ ਉਹ ਜਿਹੜਾ ਇੱਕ ਵੱਖਰਾ ਸਟੇਜ ਲੱਗੀ ਹੋਈ ਸੀ, ਸਭ ਤੋਂ ਪਹਿਲਾਂ ਇਹ ਪ੍ਰੈਸ਼ਰ ਉਹਨਾਂ ਤੇ ਆਇਆ ਕਿ ਆਪਾਂ ਵੱਖਰੇ ਦੀ ਬਜਾਏ, ਮੈਨੂੰ ਇੱਕ ਬਿਲਕੁਲ ਯਾਦ ਹੈ ਕਿ ਉਹ 28 ਜਾਂ 29 ਤਰੀਕ ਨੂੰ ਉਹਨਾਂ ਦੀ ਪੋਜੀਸ਼ਨ ਇਹ ਆ ਗਈ ਸੀ, ਉਦੋਂ ਕੇ ਵਗੈਰਾ ਜਿਹੜੇ ਲੀਡਰ ਸੀਗੇ
ਜਿਹੜੇ ਪਿਓਰਲੀ ਸਿੱਖ ਲੀਡਰ ਕਹਾਉਂਦੇ ਸੀ, ਉਹਨਾਂ ਨੇ ਇਹਨਾਂ ਲੋਕਾਂ ਤੇ ਪ੍ਰੈਸ਼ਰ ਪਾਇਆ ਰਾਜੇਵਾਲ ਹੋਣਾ ਤੇ ਵੀ ਕਿਸੇ ਤਰ੍ਹਾਂ ਹੁਣ ਇਹ ਆਪਾਂ ਸਾਰੇ ਇਕੱਠੇ ਹੋ ਜਾਓ। ਪਰ ਉਹ ਚਲੋ ਇਕੱਠੇ ਭਾਵੇਂ ਨਹੀਂ ਹੋਏ, ਪਰ ਉੱਥੇ ਇੱਕ ਇਹ ਦਬਾਅ ਸਾਰਿਆਂ ਤੇ ਆਇਆ ਵੀ ਜੇ ਇਕੱਠੇ ਚੱਲਾਂਗੇ ਤਾਂ ਕੁਝ ਬਚੂਗਾ, ਨਹੀਂ ਕੁਝ ਬਚਣਾ ਨਹੀਂ ਜੀ। ਔਰ ਉਸ ਤੋਂ ਬਾਅਦ ਇਹ ਇਕੱਠੇ ਹੋਏ। ਸਰਕਾਰ ਨੇ ਕੋਈ ਵੀ ਇਹਨਾਂ ਨੂੰ ਉਦੋਂ ਬਾਅਦ ਸੱਦਾ ਨਹੀਂ ਦਿੱਤਾ ਗੱਲਬਾਤ ਦਾ। ਗੱਲਬਾਤ ਦਾ ਸੱਦਾ ਇਸ ਕਰਕੇ ਨਹੀਂ ਦਿੱਤਾ ਕਿ ਸਰਕਾਰ ਇਸ ਗੱਲ ਤੇ ਲੱਗੀ ਰਹੀ ਕਿ ਅਸੀਂ ਇਹਨਾਂ ਨੂੰ ਅੱਡੋ ਫਾਟੀ ਦਫੇੜ ਕਰ ਲਾਂਗੇ, ਜਿਨ੍ਹਾਂ ਨੂੰ ਸੂਟ ਕਰੂਗਾ ਉਹਨਾਂ ਨੂੰ ਸੱਦਾ ਦੇ ਲਾਂਗੇ, ਜਿਨ੍ਹਾਂ ਨੂੰ ਨਹੀਂ ਕਰੂਗਾ ਅਸੀਂ ਖੰਡਾ ਦਾਂਗੇ। ਲੇਕਿਨ ਇਹ ਸੱਚ ਹੈ ਕਿ ਸਰਕਾਰ ਇਹਨਾਂ ਨੂੰ ਖੰਡਾ ਨਹੀਂ ਸਕੀ, ਔਰ ਇਹਦਾ ਜਿਹੜਾ ਕ੍ਰੈਡਿਟ ਹੈ ਜੀ ਉਹ ਕਿਸਾਨੀ ਲੀਡਰਸ਼ਿਪ ਨੂੰ ਜਾਊਗਾ। ਔਰ ਕਿਸਾਨੀ ਲੀਡਰਸ਼ਿਪ ਦੇ ਵਿੱਚ ਸਪੈਸ਼ਲੀ ਪੰਜਾਬ ਦੇ ਵਿੱਚੋਂ ਇੱਕ ਜਿਹੜੇ ਪੁਰਾਣੇ ਬਿਊਰੋਕਰੇਟ ਸੀ, ਵੱਡੇ ਚੀਫ ਸੈਕਟਰੀ ਲੈਵਲ ਦੇ ਜਾਂ ਕੇਂਦਰੀ ਸਰਕਾਰ 'ਚ ਸੈਕਟਰੀ ਲੈਵਲ ਦੇ, GPS ਸਾਹੀ ਵੱਡੇ ਨਾਂ ਨੇ, ਰਮੇਸ਼ਿੰਦਰ ਸਿੰਘ ਬੋਪਰਾਏ, ਇਹਨਾਂ ਲੋਕਾਂ ਨੇ ਫੋਰ ਫਰੰਟ ਤੇ ਆਇਆ ਤੇ ਆਰਮੀ ਦੇ ਜਰਨੈਲ ਫੋਰ ਫਰੰਟ ਤੇ ਜਾ ਕੇ ਜਦੋਂ ਉੱਥੇ ਗਏ, ਉਹਦੇ ਨਾਲ ਫੇਰ ਇੱਕ ਚੇਂਜ ਆਈ ਕਿ ਜਿਹੜੀਆਂ ਇਹਨਾਂ ਦੀਆਂ ਇੰਟੈਲੀਜੈਂਸ ਦੀਆਂ ਰਿਪੋਰਟਸ ਗਈਆਂ, ਉਹਨਾਂ ਨੇ ਫੇਰ ਪਲਟਾ ਮਾਰਿਆ ਕਿ ਇਹ ਸਾਰਾ ਕੁਝ ਠੀਕ ਨਹੀਂ, ਇਹਦਾ ਅਸਰ ਆਰਮੀ ਤੇ ਹੈ, ਇੱਧਰ ਉੱਧਰ ਕਿਸਾਨੀ ਤੇ ਵੋਟਾਂ ਤੇ ਵੀ ਪਏਗਾ। ਔਰ ਅਖੀਰ ਤੱਕ ਕਿਸਾਨਾਂ ਨੇ ਆਪਣੇ ਸਿਆਸੀ ਪੈਂਤੜੇ ਚੱਲ ਕੇ, ਸਿਆਸੀ ਰਣਨੀਤੀ ਨਾਲ, ਮਤਲਬ ਜੇ ਆਪਾਂ ਕਹੀਏ ਵੀ ਸਰਕਾਰ ਨੂੰ ਗੋਡਿਆਂ ਭਾਰ ਕਰ ਲਿਆ। ਸਰਕਾਰ ਨੂੰ ਆਪਣੀ ਕੀਤੀ ਤੇ ਇੱਕ ਪਛਤਾਵਾ ਹੋਇਆ ਕਿ ਹੁਣ ਅਸੀਂ ਹੈਂਕੜ ਤਾਂ ਲੈ ਬੈਠੇ ਵੀ ਇਹਨਾਂ ਨਾਲ ਗੱਲ ਨਹੀਂ ਕਰਨੀ। ਉਹਨਾਂ ਨੇ ਪਰਦੇ ਦੇ ਪਿੱਛੇ ਮਾੜਾ ਮੋਟਾ ਵਿਚੋਲਿਆਂ ਦੇ ਰਾਹੀਂ ਇਹ ਤੈਅ ਕਰ ਲਿਆ, ਅੰਦੋਲਨ ਤੈਅ ਹੋ ਗਿਆ। ਉਸ ਦਿਨ ਤੋਂ ਲੱਗ ਰਿਹਾ ਸੀ ਕਿ ਇਹ ਅੰਦੋਲਨ ਖਤਮ ਹੋ ਜਾਏਗਾ। ਸਰਕਾਰ ਨੇ ਚਲਾਕੀ ਵੀ ਵਰਤੀ, ਗੁਰਪੁਰਬ ਦਾ ਦਿਨ ਵੀ ਵਰਤਿਆ, ਸਿੱਖ ਭਾਵਨਾਵਾਂ ਨਾਲ ਵੀ ਉਹਨਾਂ ਨੇ ਇਹ ਕਹਿ ਲਓ ਵੀ ਉਹਨਾਂ ਨੂੰ ਵੀ ਸਿਆਸੀ ਮਫਾਦ ਲਈ ਯੂਜ਼ ਕੀਤਾ, ਵਰਤਿਆ ਜੀ। ਤੇ ਉਹ 'ਚ ਸਰਕਾਰ ਭਾਵੇਂ ਕਾਮਯਾਬ ਰਹੀ, ਪਰੰਤੂ ਉੱਥੇ ਵੀ ਕਿਸਾਨ ਲੀਡਰਸ਼ਿਪ ਨੇ ਕਿਤੇ ਵੀ ਇਹ ਇੰਪ੍ਰੈਸ਼ਨ ਨਹੀਂ ਦਿੱਤਾ ਕਿ ਇਹ ਅੰਦੋਲਨ 'ਚ ਥੱਕੇ ਪਏ ਨੇ। ਸਰਕਾਰ ਨੂੰ ਵੀ ਲੱਗ ਰਿਹਾ ਸੀ ਵੀ ਅੰਦੋਲਨ 'ਚ ਥੱਕੇ ਇਹ ਵੀ ਪਏ ਨੇ, ਇੰਨਾ ਚਿਰ ਅੰਦੋਲਨ ਚਲਾਉਣਾ ਦੁਨੀਆ ਦੀ ਮਿਸਾਲ ਹੈ। ਇਹ ਖਾਲਾ ਜੀ ਦਾ ਬਾੜਾ ਨਹੀਂ, ਪੂਰੀ ਗਿਣਤੀ ਨਾਲ। ਕਈ ਵਾਰੀ ਆਂਦਾ ਅੰਦੋਲਨ ਲੰਬੇ ਤਾਂ ਚੱਲ ਜਾਂਦੇ ਨੇ, ਪਰ ਉਹ ਫਿਰ ਸੰਕੇਤਕ ਹੁੰਦੇ ਨੇ, ਥੋੜੀ ਗਿਣਤੀ ਨਾਲ ਚੱਲਦੇ ਨੇ। ਔਰ ਇਸ ਦੇ ਵਿੱਚ ਜਿਹੜੀ ਇਹ ਲਖੀਮਪੁਰ ਘਟਨਾ ਸਰਕਾਰ ਤੋਂ ਹੋਈ ਜੀ, ਜਾਂ ਉਹਨਾਂ ਨੇ ਕੀਤੀ, ਮਤਲਬ ਉਸ ਘਟਨਾ ਨੇ ਇਸ ਅੰਦੋਲਨ ਦੇ ਵਿੱਚ ਦੁਬਾਰਾ ਫਿਰ, ਜਿਵੇਂ ਪਹਿਲਾਂ ਆਪਾਂ ਕਹਿੰਦੇ ਆ ਨਾ ਟਕੈਤ ਦੇ ਅਥਰੂਆਂ ਨੇ ਜਾਨ ਪਾਈ, ਦੁਬਾਰਾ ਫਿਰ ਇਸ ਗੱਲ ਨੇ ਅੰਦੋਲਨ 'ਚ ਫਿਰ ਬਹੁਤ ਜਾਨ ਪਾਈ। ਕਿਉਂਕਿ ਦੁਨੀਆ ਦੇ ਵਿੱਚ ਸਰਕਾਰ ਦੇ ਮੰਤਰੀਆਂ ਨੇ, ਜਦੋਂ ਇਹ ਮੰਤਰੀ ਦੇ ਮੁੰਡੇ ਨੇ ਲਤੜ ਤੇ ਉਹਨਾਂ ਨੇ ਸਟੇਟਮੈਂਟ ਦਿੱਤੀ, ਮੰਤਰੀ ਦੀ ਸਟੇਟਮੈਂਟ ਪਹਿਲੀ ਆਈ ਕਿ ਮੇਰਾ ਮੁੰਡਾ ਤਾਂ ਮੌਕੇ ਤੇ ਹੀ ਨਹੀਂ ਸੀ, ਪਰ ਮੌਕੇ ਦੀਆਂ ਜਿਹੜੀਆਂ ਵੀਡੀਓਜ਼ ਆਈਆਂ ਉਹਨਾਂ ਨੇ ਸਰਕਾਰ ਨੂੰ ਬਿਲਕੁਲ ਝੂਠੇ ਕਰਤਾ, ਸ਼ਰਮਸ਼ਾਰ ਕਰਤਾ ਤੇ ਇਹ ਦਿਖਾਤਾ ਕਿ ਕਿਸ ਐਕਸਟ੍ਰੀਮ ਤੱਕ ਤਸ਼ੱਦਦ ਕੀਤਾ ਜਾ ਸਕਦਾ ਹੈ। ਉਹ ਲੋਕਾਂ ਨੂੰ ਬੁਰਾ ਲੱਗਿਆ, ਲੋਕ ਦੁਬਾਰਾ ਫਿਰ ਖੜੇ ਹੋਏ। ਤੇ ਇੱਥੇ ਆ ਕੇ ਜੋ ਮੈਨੂੰ ਲੱਗਦਾ ਇਸ ਘਟਨਾ ਨੇ ਜਿਹੜਾ ਨਵਾਂ ਮੋੜ ਦਿੱਤਾ ਕਿ ਵੱਖ-ਵੱਖ ਸਿਆਸੀ ਪਾਰਟੀਆਂ ਜਿਹੜੀਆਂ ਉਹ ਮੌਕੇ ਦੀ ਭਾਲ 'ਚ ਸੀ ਕਿ ਅਸੀਂ ਅੰਦੋਲਨ 'ਚ ਕਦੋਂ ਕੁੱਦੀਏ, ਇਸ ਦੀ ਆੜ 'ਚ ਉਹ ਅੰਦੋਲਨ ਵਿੱਚ ਕੁੱਦ ਆਈਆਂ। ਤੇ ਉਹ ਲਖੀਮਪੁਰ ਖੀਰੀ ਖੁਦ ਪਹੁੰਚੇ ਵੀ, ਵੱਖ-ਵੱਖ ਲੀਡਰ, ਜੰਤ ਚੌਧਰੀ ਰਾਤ ਨੂੰ ਧੱਕੇ ਖਾਂਦਾ ਪਿੰਡਾਂ ਵਿੱਚ ਦੀ, ਕਿਸੇ ਰਸਤੇ ਸਰਕਾਰ ਨੇ ਤਸ਼ੱਦਦ ਕੀਤਾ। ਉਹ 'ਚ ਪ੍ਰਿਯੰਕਾ ਗਾਂਧੀ ਇੱਧਰੋਂ ਉੱਧਰੋਂ ਪਿੰਡਾਂ ਵਿੱਚ ਦੀ ਵੱਟਾਂ ਤੋਂ ਤੁਰ ਕੇ ਪਤਾ ਨਹੀਂ ਕਿਵੇਂ ਉਹ ਉੱਥੇ ਪਹੁੰਚੀ। ਹੋਰ ਲੀਡਰ ਵੀ, ਮਤਲਬ ਮੈਂ ਐਵੇਂ ਕਹਾਂ, ਹੋਰ ਲੀਡਰ ਵੀ ਕਈ ਸਾਰੇ ਵੱਖ-ਵੱਖ ਪਾਰਟੀਆਂ ਦੇ, ਉਹ ਵਿਚਾਰੇ ਵੱਖ-ਵੱਖ ਰਸਤਿਆਂ ਤੋਂ ਕਦੀ ਪੈਦਲ ਚੱਲ ਕੇ, ਕਦੀ ਗੱਡੀ ਬਦਲ ਕੇ, ਫਿਰ ਹੋਰ ਗੱਡੀ ਬਦਲ ਕੇ, ਮਤਲਬ ਉੱਥੇ ਪਹੁੰਚਣ 'ਚ ਕਾਮਯਾਬ ਹੋਏ। ਉਸ ਦੇ ਨਾਲ ਮੀਡੀਆ ਨੂੰ ਦੁਬਾਰਾ ਟਰੈਕ ਤੇ ਆ ਕੇ ਅੰਦੋਲਨ ਨੂੰ ਕਵਰ ਕਰਨਾ ਪਿਆ ਜੀ। ਪਰੰਤੂ ਉਸ ਸਮੇਂ ਤੱਕ ਸਰਕਾਰ ਨੇ ਬੰਗਾਲ ਦੀਆਂ ਇਲੈਕਸ਼ਨਾਂ 'ਚ ਤੇ ਆ ਜਿਹੜੀਆਂ ਅੰਦੋਲਨ ਦੀਆਂ ਗਤੀਵਿਧੀਆਂ ਆਪਣੀਆਂ ਇੰਟੈਲੀਜੈਂਸ ਦੀਆਂ ਰਿਪੋਰਟਸ ਤੋਂ ਉਹਨਾਂ ਨੂੰ ਇਹ ਲੱਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਨੁਕਸਾਨ ਵੱਡਾ ਹੋਊਗਾ। ਪੰਜਾਬ ਦੇ ਲੋਕਾਂ ਨੇ, ਪੰਜਾਬੀਆਂ ਨੇ ਇਸ ਅੰਦੋਲਨ ਦੇ ਵਿੱਚ ਜਿੱਥੇ ਲੀਡ ਲਈ, ਉੱਥੇ ਮੈਂ ਇਹ ਕਹੂੰਗਾ ਇਹ ਤਿੰਨ ਪਹਿਲੂ ਜ਼ਰੂਰ ਵਰਣਨਯੋਗ ਨੇ ਕਿ ਸਭ ਤੋਂ ਪਹਿਲਾਂ ਅੰਦੋਲਨ ਸ਼ੁਰੂ ਕੀਤਾ, ਸਭ ਤੋਂ ਵੱਡੀ ਗਿਣਤੀ 'ਚ ਉਹ
ਟਿਕਰੀ ਬਾਰਡਰ ਤੇ ਸਿੰਘੂ ਬਾਰਡਰ ਟਿਕੇ ਰਹੇ ਔਰ ਇਹ ਦੋਨੇ ਬਾਰਡਰ ਮੀਡੀਆ ਨੇ ਵੱਧ ਤੋਂ ਵੱਧ ਕਵਰ ਕੀਤੇ। ਲੇਕਿਨ ਹਰਿਆਣੇ ਦੇ ਕਿਸਾਨਾਂ ਨੇ ਭਾਵੇਂ ਇਹਨਾਂ ਬਾਰਡਰਾਂ ਤੇ ਉਹਨਾਂ ਦੀ ਗਿਣਤੀ ਘੱਟ ਦਿਖਾਈ ਦਿੱਤੀ ਕੰਪੈਰੀਟਿਵਲੀ, ਇਹ ਨਹੀਂ ਵੀ ਘੱਟ ਨਹੀਂ ਮੈਂ ਕਹਿੰਦਾ, ਪਰੰਤੂ ਹਰਿਆਣਾ ਦੇ ਵਿੱਚ ਬੀਜੇਪੀ ਦੀ ਸਰਕਾਰ ਹੁੰਦੇ ਹੋਏ ਜਿਸ ਕਿਸਮ ਨੇ ਹਰ ਪਿੰਡ ਵਿੱਚ ਹਰ ਜ਼ਿਲ੍ਹੇ ਵਿੱਚ ਬੀਜੇਪੀ ਦਾ ਐਡਾ ਵੱਡਾ ਵਿਰੋਧ ਕੀਤਾ। ਪਹਿਲੇ ਦਿਨ ਜਦੋਂ ਮੁੱਖ ਮੰਤਰੀ ਦੇ ਚੌਪਰ ਨੇ ਉਤਰਨਾ ਸੀ, ਮੈਂ ਕਿਹਾ ਐਡੀ ਭੀੜ, ਮਤਲਬ ਸਮਝ ਨਹੀਂ ਸੀ ਲੱਗ ਰਹੀ ਵੀ ਹੈਲੀਕਾਪਟਰ ਉਤਰੇ ਕਿੱਥੇ। ਬਿਲਕੁਲ। ਉਸ ਤੋਂ ਬਾਅਦ ਡਿਪਟੀ ਸੀਐਮ ਦੇ, ਉਸ ਤੋਂ ਬਾਅਦ ਜਿਹੜਾ ਮੰਤਰੀ, ਜਿੱਥੇ ਕਿਸੇ ਨੇ ਜਾਣਾ ਮਤਲਬ ਉਹਨਾਂ ਦਾ ਹਰ ਇੱਕ ਪਿੰਡ 'ਚ ਵੜਨਾ ਬੰਦ ਕਰਤਾ। ਅੱਛਾ, ਉਹ ਵੜਨਾ ਵੀ ਇੰਨਾ ਬੰਦ ਕੀਤਾ ਕਿ ਜਦੋਂ ਸਰਕਾਰ ਨੇ ਜਿੱਥੇ ਮਾੜਾ ਮੋਟਾ ਤਸ਼ੱਦਦ ਕੀਤਾ, ਕਦੇ ਕਰਨਾਲ, ਕਦੇ ਹਿਸਾਰ, ਕਦੇ ਸਰਸੇ, ਉੱਥੇ ਉਹਨਾਂ ਨੇ ਇੱਕ ਹੋਰ ਅੰਦੋਲਨ ਖੜਾ ਕਰਤਾ। ਬਿਲਕੁਲ। ਜਿਹਦੇ ਤੇ ਸਰਕਾਰ ਤੇ ਇੰਨਾ ਦਬਾਅ ਆਇਆ ਕਿ ਲੋਕਲ ਲੈਵਲ ਤੇ ਪਹਿਲਾਂ ਉਹ ਅੰਦੋਲਨ ਮਿੰਨਤਾਂ ਕਰ ਉਹਨਾਂ ਨੇ ਉਠਾਏ ਵੀ ਚਲ ਅਸੀਂ ਕਰ ਲਿਆ, ਅਸੀਂ ਪੁਲਿਸ ਪਰਚਾ ਵੀ ਦੇ ਦਾਂਗੇ, ਅਸੀਂ ਆਹ ਕਰ ਦਾਂਗੇ, ਦੂਜੇ ਬੰਦਿਆਂ ਦੇ ਪਰਚਾ ਦੇ ਦਾਂਗੇ, ਜਿਵੇਂ ਕਿਵੇਂ। ਮਤਲਬ ਸਰਕਾਰ ਤੇ ਇੱਕ ਨਵੀਂ ਪ੍ਰੋਬਲਮ ਇਹ ਖੜੀ ਹੁੰਦੀ ਸੀ ਕਿ ਸਿੰਘੂ ਦਾ ਆਪਦੀ ਥਾਂ ਤੇ ਟਿਕਰੀ ਆਪਦੀ ਥਾਂ ਤੇ ਇੱਕ ਹੋਰ ਅੰਦੋਲਨ ਸ਼ੁਰੂ ਹੋ ਗਿਆ। ਬਿਲਕੁਲ। ਔਰ ਉਸ ਅੰਦੋਲਨ 'ਚ ਉਹਨਾਂ ਅੰਦੋਲਨ ਦੇ ਵਿੱਚ ਜਿਹੜੇ ਏਦਾਂ ਦੇ ਅੰਦੋਲਨ ਸੀ ਛੋਟੇ ਛੋਟੇ, ਉਹਨਾਂ 'ਚ ਹਰਿਆਣਵੀਆਂ ਦੀ ਬਹੁਤ ਵੱਡੀ ਗਿਣਤੀ ਸੀ। ਗਾਜੀਪੁਰ ਬਾਰਡਰ ਤੇ ਜਿਹੜਾ ਟਕੈਤ ਸਾਹਿਬ ਨੇ ਸੰਭਾਲਿਆ, ਉਸ ਬਾਰਡਰ ਤੇ ਵੱਡੀ ਗਿਣਤੀ 'ਚ ਲੋਕ ਆਉਂਦੇ ਰਹੇ। ਭਾਵੇਂ ਪੰਜਾਬੀ ਵੀ ਬਹੁਤ ਉੱਥੇ ਜਾਂਦੇ ਰਹੇ, ਪਰ ਯੂਪੀ ਵਾਲੇ ਵੀ ਬਹੁਤ ਆਏ। ਔਰ ਉਸ ਅੰਦੋਲਨ ਦੇ ਵਿੱਚ ਜਿਵੇਂ ਜਿਵੇਂ ਉਹਨਾਂ ਨੇ ਮਹਾ ਪੰਚਾਇਤਾਂ ਕੀਤੀਆਂ, ਮਗਰੋਂ ਆ ਕੇ ਉਹ ਲਖਨਊ ਵਾਲੀ ਪੰਚਾਇਤ ਤੋਂ ਤਾਂ ਜਲੂਸ ਹੀ ਨਿਕਲ ਗਿਆ ਨਾ, ਕਿ ਉਹਦੇ ਵਿੱਚ ਬਿਲਕੁਲ ਪ੍ਰਤੱਖ ਹੋ ਗਿਆ ਕਿ ਪ੍ਰਧਾਨ ਮੰਤਰੀ ਦੀ ਰੈਲੀ 'ਚ ਬੰਦੇ ਨਹੀਂ, ਉੱਥੇ ਕੁਰਸੀਆਂ ਖਾਲੀਆਂ ਦੀਆਂ ਫੋਟੋਆਂ ਆ ਰਹੀਆਂ ਨੇ, ਤੇ ਜਿਹੜੀਆਂ ਕਿਸਾਨ ਮਹਾ ਪੰਚਾਇਤ ਹੋ ਰਹੀਆਂ ਨੇ ਉੱਥੇ ਤਿਲ ਧਰਨ ਨੂੰ ਥਾਂ ਨਹੀਂ। ਉਦੋਂ ਆ ਕੇ ਸਰਕਾਰ ਨੂੰ ਇੰਟੈਲੀਜੈਂਸ ਦੀਆਂ ਰਿਪੋਰਟਸ ਵੀ ਹੋਣਗੀਆਂ, ਸਰਕਾਰ ਨੂੰ ਲੱਗਿਆ ਕਿ ਹੁਣ ਸਾਨੂੰ ਵੱਡਾ ਨੁਕਸਾਨ ਹੋਊਗਾ। ਪਰ ਸਰਕਾਰ ਨੇ ਪੈਂਤੜਾ ਬੜਾ ਕਮਾਲ ਦਾ ਵਰਤਿਆ ਕਿ ਜੀ ਅਸੀਂ ਤਾਂ ਦੇਖੋ, ਸਾਡੇ ਤਾਂ ਪ੍ਰਧਾਨ ਮੰਤਰੀ ਜੀ ਨੇ ਜਿਹੜੇ, ਉਹ ਆਪਦੇ ਆਪ 'ਚ ਆਹ ਫੈਸਲਾ ਉਹਨਾਂ ਨੇ ਲੈ ਲਿਆ ਕਿਸਾਨਾਂ ਦੇ ਪੱਖ 'ਚ ਜੀ। ਪਰੰਤੂ ਕਿਸਾਨਾਂ ਨੇ ਫੇਰ ਸਿਆਣਪ ਨਾਲ ਜਿਹੜੀ ਇਸ ਸਥਿਤੀ ਤੇ ਸਿਆਣਪ ਜਿਹੜੀ ਚਾਹੀਦੀ ਸੀ, ਉਹ ਬਹੁਤ ਕਮਾਲ ਦੀ ਰਹੀ। ਕਿਸੇ ਇੱਕ ਧਿਰ ਨੇ ਅਜੇ ਇਸ ਤੋਂ ਪਹਿਲਾਂ ਥੋੜੇ ਬਖਰੇਵੇਂ ਦੇ ਬਿਆਨ ਆਉਂਦੇ ਰਹੇ, ਇੱਥੇ ਆ ਕੇ ਕਿਸਾਨਾਂ ਨੇ ਬਹੁਤ ਕੰਟਰੋਲ ਨਾਲ ਕੋਈ ਬਿਆਨ ਦਿੱਤਾ ਗਿਆ ਅਤੇ ਨਾਲ ਦੀ ਨਾਲ 5 ਮੈਂਬਰੀ ਕਮੇਟੀ ਬਣਾ ਕੇ ਸਰਕਾਰ ਨੂੰ ਜਵਾਬ ਦਿੱਤਾ ਕਿ ਅਸੀਂ ਆਹ ਕੁਛ ਕਰਨਾ ਚਾਹੁੰਦੇ ਹਾਂ। ਔਰ ਸਰਕਾਰ ਨੂੰ ਇਹ ਲੱਗਿਆ ਕਿ ਜੇ ਅਸੀਂ ਇਹ ਮੌਕਾ ਗੁਆ ਲਿਆ, ਐਸਾ ਨਾ ਹੋਵੇ ਇਹ ਅੰਦੋਲਨ, ਸਰਕਾਰ ਨੂੰ ਇਹ ਤਸੱਲੀ ਹੋ ਗਈ ਹੁਣ ਇਹ ਖਤਮ ਹੋਣ ਵਾਲਾ ਨਹੀਂ ਹੈ, ਹੁਣ ਇਹ ਅੱਗੇ ਵੀ ਚੱਲੂਗਾ। ਤੇ ਸਰਕਾਰ ਨੂੰ ਲੱਗਿਆ ਕਿ ਸਾਡਾ ਆਉਣ ਵਾਲੀਆਂ ਚੋਣਾਂ ਦੇ ਵਿੱਚ ਬਹੁਤ ਵੱਡਾ ਨੁਕਸਾਨ ਨਾ ਹੋ ਜਾਵੇ। ਹਾਂ, ਧਾਲੀਵਾਲ ਸਾਹਿਬ ਮੈਨੂੰ ਇੱਕ ਗੱਲ ਸਮਝਾਇਓ, ਦਰਸ਼ਕ ਵੀ ਇਸ ਗੱਲ ਦੀ ਮੰਗ ਕਰਦੇ ਨੇ ਸਮਝਣ ਲਈ ਜੀ, ਕਿ ਸਰਕਾਰ ਕਹਿੰਦੀ ਤੇ ਕਮੇਟੀ ਬਣਦੀ ਗਈ ਐਮਐਸਪੀ ਤੇ ਕਿ ਜੋ ਐਮਐਸਪੀ ਦਾ ਮਾਮਲਾ ਇਹ ਆਪਾਂ ਕਮੇਟੀ 'ਚ ਬੈਠ ਕੇ ਨਜਿੱਠ ਲਾਂਗੇ। ਦੂਜੇ ਪਾਸੇ ਕਿਸਾਨ ਆਗੂ ਕਹਿੰਦੇ ਨੇ, ਜੋਗਿੰਦਰ ਸਿੰਘ ਉਗਰਾਹਾਂ ਵੀ ਇਸ ਗੱਲ ਨੂੰ ਕਹਿੰਦੇ ਨੇ ਕਿ ਐਮਐਸਪੀ ਦੇ ਉੱਤੇ ਇੱਕ ਹੋਰ ਅੰਦੋਲਨ ਲੜਨਾ ਪਊਗਾ। ਕੀ ਫਿਰ ਕਿਸਾਨ ਆਗੂ ਨੂੰ ਇਹ ਲੱਗਦਾ ਕਿ ਹੁਣ ਐਮਐਸਪੀ ਨਹੀਂ ਮਿਲੂਗੀ, ਕਮੇਟੀ 'ਚ ਐਮਐਸਪੀ ਨਹੀਂ ਨਿਕਲੂਗੀ, ਇਸੇ ਕਰਕੇ ਕਹਿੰਦੇ ਨੇ ਕਿ ਅੰਦੋਲਨ ਹੋਰ ਖੜਾ ਕਰਨਾ ਪੈਣਾ ਐਮਐਸਪੀ? ਦੇਖੋ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ। ਮੈਂ ਤੁਹਾਨੂੰ ਇਹੀ ਗੱਲ ਕਹਿਣਾ ਕਿ ਇਹਦੇ ਵਿੱਚ 2 ਮੁੱਦੇ ਨੇ। ਇੱਕ ਮੁੱਦੇ ਤੇ ਮੈਂ ਥੋੜਾ ਜਿਹਾ ਕਿਸਾਨਾਂ ਨੂੰ ਕਹੂੰਗਾ ਕਿ ਉਹ ਪਿੱਛੇ ਹਟੇ ਨੇ, ਬਾਕੀ ਮੁੱਦਿਆਂ ਤੇ ਸਰਕਾਰ ਗੋਡਿਆਂ ਭਾਰ ਕੀਤੀ ਹੈ ਜੀ। ਉਹ ਮੁੱਦਾ ਜਿਹਤੇ ਕਿਸਾਨ ਪਿੱਛੇ ਹਟੇ ਨੇ, ਉਹ ਮੁੱਦਾ ਲਖੀਮਪੁਰ ਖੀਰੀ ਦਾ। ਉਸ ਤੇ ਭਾਵੇਂ ਸਰਕਾਰ ਨੇ ਕੰਪਨਸੇਸ਼ਨ ਦੇਤਾ, ਪਰ ਮੈਨੂੰ ਅੱਜ ਵੀ ਇਹ ਲੱਗਦਾ ਹੈ ਕਿ ਇਸ ਗੱਲ ਤੇ ਥੋੜਾ ਕਿੰਤੂ ਪਰੰਤੂ ਹੋਊਗਾ ਕਿ ਮੰਤਰੀ ਦਾ ਅਸਤੀਫਾ ਹੋਣਾ ਚਾਹੀਦਾ ਸੀ। ਬਿਲਕੁਲ, ਇਹ ਪ੍ਰੈਸ਼ਰ ਕਿਸਾਨਾਂ ਨੂੰ ਪਾਉਣਾ ਚਾਹੀਦਾ ਸੀ। ਪਰ ਟ੍ਰੇਡ ਯੂਨੀਅਨਿਜ਼ਮ ਦੇ ਮੈਂ ਪੜ੍ਹਿਆ, ਮੈਂ ਕੀਤੀ ਵੀ ਹੈ, ਪਰੰਤੂ ਉਹਦੇ ਵਿੱਚ ਕਦੇ ਵੀ ਮੈਂ ਇਹ ਆਪਣੇ ਜਿਹੜੇ ਅੰਦੋਲਨਕਾਰੀ ਨੇ ਜਾਂ ਜਿਹੜੇ ਅੰਦੋਲਨ ਵਿੱਚ ਹਰ ਇੱਕ ਬੰਦੇ ਭਾਗ ਲੈਣ ਵਾਲੇ ਨੇ, ਕਿੰਤੂ ਪਰੰਤੂ ਕਰਨ ਵਾਲੇ ਵੀ ਹੁੰਦੇ ਨੇ, ਮੈਂ ਉਹਨਾਂ ਦੇ ਵੀ ਇਹ ਧਿਆਨ 'ਚ ਲਿਆਉਣਾ ਕਿ ਅੰਦੋਲਨ 'ਚ ਕਦੇ ਵੀ 100% ਮੰਗਾਂ ਮੰਨੀਆਂ ਨਹੀਂ ਜਾਂਦੀਆਂ ਹੁੰਦੀਆਂ। ਆਪਾਂ ਇੱਕ ਮੰਗਾਂ ਰੱਖਦੇ ਹਾਂ, ਉਹਨਾਂ 'ਚ ਸਰਕਾਰ ਨੂੰ ਵੀ ਪਤਾ ਹੁੰਦਾ ਹੈ ਕਿ ਇਹ ਮੰਗ ਤੇ ਇਹ ਅੜਨਗੇ, ਸਾਨੂੰ ਪਤਾ ਇਹ ਅੜਨਗੇ। ਕੋਈ ਨਾ ਕੋਈ ਮੰਗ ਸਰਕਾਰ ਨੇ ਆਪਦਾ ਪੱਖ ਵੀ ਬਚਾਉਣਾ ਹੁੰਦਾ ਨਾ, ਉਹ ਆਪਦਾ ਪੱਖ ਬਚਾਉਣ ਲਈ ਮੈਨੂੰ ਲੱਗਦਾ ਸਰਕਾਰ ਨੇ ਕਿਤੇ ਨਾ ਕਿਤੇ ਵਿਚੋਲਿਆਂ ਰਾਹੀਂ ਕੋਈ ਤਰਲਾ ਮਿੰਤ ਕੀਤਾ ਹੋਏਗਾ ਕਿ ਇਹ ਮੰਗ ਨੂੰ ਤੁਸੀਂ ਛੱਡ ਦਿਓ।
ਔਰ ਕਿਸਾਨਾਂ ਨੂੰ ਇਸ ਗੱਲ ਤੇ ਤਸੱਲੀ ਦਿੱਤੀ ਕਿ ਜਿਹੜੇ ਆਪਾਂ ਆਲਰੇਡੀ ਰਿਟਾਇਰ ਜੱਜ ਨੂੰ ਕੋਈ ਇਨਕੁਆਇਰੀ ਦੇ ਚੁੱਕੇ ਹਾਂ, ਉਹ ਜੋ ਉਹਦੀ ਰਿਪੋਰਟ ਆਏਗੀ ਉਹ ਅਸੀਂ ਇਨ ਬਿਨ ਲਾਗੂ ਕਰਾਂਗੇ। ਜਿੱਥੋਂ ਤੱਕ ਹੈਗਾ MSP ਦੀ ਗੱਲ, MSP ਪਹਿਲੀ ਗੱਲ ਤਾਂ ਇਹ ਹੈ ਕਿ ਉਹਦੇ ਦੋ ਪੱਖ ਨੇ। ਕਿਸਾਨ ਕਹਿੰਦੇ ਨੇ ਕਿ ਸਾਨੂੰ ਕਾਨੂੰਨੀ ਗਰੰਟੀ ਵੀ ਦਿੱਤੀ ਜਾਵੇ, ਇੱਕ ਤਾਂ ਭਾਅ ਫਿਕਸ ਕੀਤਾ ਜਾਵੇ, ਇੱਕ ਸਾਨੂੰ ਗਰੰਟੀ ਵੀ ਦਿੱਤੀ ਜਾਵੇ ਕਿ ਸਾਡੀ ਫਸਲ ਚੱਕੀ ਜਾਊਗੀ। ਹੁਣ ਜਿਹੜੀ ਫਸਲ ਚੱਕੀ ਜਾਂਦੀ ਹੈ, ਜਿਹਨੂੰ ਆਪਾਂ ਕਹਿੰਦੇ ਆ ਭਾਵੇਂ 23 ਫਸਲਾਂ ਤੇ ਜਾਂ 24 ਫਸਲਾਂ ਤੇ ਜਾਂ 20 ਤੋਂ ਵੱਧ ਫਸਲਾਂ ਤੇ ਕਹਿ ਲਓ, ਪ੍ਰਾਈਸ ਤਾਂ ਦਿੱਤੀ ਜਾਂਦੀ ਹੈ MSP, ਪਰ ਚੱਕੀ ਨਹੀਂ ਜਾਂਦੀ। ਉਹ ਸਿਰਫ 6-7% ਲੋਕਾਂ ਬਾਰੇ ਕਿਹਾ ਜਾਂਦਾ ਕਿ ਇੰਨਾ ਕੁ ਟੋਟਲ ਅਨਾਜ ਦਾ 6-7% ਹੈ ਜਿਹੜਾ ਉਹ ਸਰਕਾਰ ਖਰੀਦ ਕਰਦੀ ਹੈ। ਜੇ ਆਪਾਂ ਉਹਨੂੰ ਦੂਜੇ ਰੂਪ ਚ ਕਹੀਏ ਕਿ ਕਿਸਾਨਾਂ ਨੂੰ ਇਹਦਾ 6-7% ਫਾਇਦਾ ਲੱਗਦਾ ਹੈ, ਪਰੰਤੂ ਸਰਕਾਰ ਨੇ ਝੂਠ ਬਹੁਤ ਬੋਲਿਆ ਵੀ ਇਹ ਚ ਸਾਨੂੰ ਇੰਨੇ ਲੱਖ ਕਰੋੜ ਚਾਹੀਦਾ, ਇੰਨੇ ਲੱਖ ਕਰੋੜ ਚਾਹੀਦਾ। ਇਹਦੀ ਇੱਕ ਆਵਾਜ਼ ਉੱਠ ਖੜੀ, ਉਹਦੇ ਵਿੱਚ ਕਲੀਅਰ ਆ ਗਿਆ ਕਿ ਨਹੀਂ, ਇੰਨਾ ਨਹੀਂ ਚਾਹੀਦਾ ਜਿੰਨਾ ਸਰਕਾਰ ਕਹਿ ਰਹੀ ਹੈ, ਉਹ ਗੁੰਮਰਾਹ ਕਰ ਰਹੀ ਹੈ। ਇਹ ਕਮੇਟੀ ਦਾ ਇਹੀ ਕੰਮ ਹੋਏਗਾ। ਜੇ ਸਰਕਾਰ ਮੰਨ ਜਾਵੇ ਤਾਂ ਬਹੁਤ ਚੰਗਾ, ਪਰ ਜੇ ਸਰਕਾਰ ਨਹੀਂ ਮੰਨਦੀ, ਇਹਦੇ ਵਿੱਚ ਇਹ ਤੱਥ ਸਾਹਮਣੇ ਆ ਜਾਣਗੇ ਕਿ ਸਰਕਾਰ ਝੂਠ ਕਿੰਨਾ ਬੋਲ ਰਹੀ ਹੈ। ਜਦੋਂ ਇਹ ਕਮੇਟੀ ਬੈਠੇਗੀ ਨਾ, ਇਹ ਕਮੇਟੀ ਜ਼ਰੂਰ ਇਹ ਪ੍ਰਤੱਖ ਲਿਆ ਦੇਗੀ। ਦੂਸਰਾ, ਇਹਦੇ ਵਿੱਚ ਮੈਂ ਜਿਹੜੀ ਚੰਗੀ ਚੀਜ਼ ਸਮਝਦਾ ਕਿ ਹੁਣ ਕੱਲੀ ਕਮੇਟੀ ਦਾ ਰੌਲਾ ਨਹੀਂ, ਹੁਣ ਕਿਸਾਨਾਂ ਨੂੰ ਚੇਤਨਤਾ ਆਈ ਹੈ। ਹੁਣ ਇਹਦੇ ਵਿੱਚ ਜਿਹੜੇ ਵਿਦਵਾਨ ਕਹਾਉਂਦੇ ਨੇ ਤੇ ਇਕੱਲੇ AC ਰੂਮ ਦੇ ਵਿੱਚ ਬੈਠ ਕੇ ਕਿਸਾਨੀ ਦੀ ਜਿਨ੍ਹਾਂ ਨੂੰ ਸਮਝ ਨਹੀਂ, ਅੰਕੜੇ ਦੱਸੀ ਜਾਂਦੇ ਨੇ, ਉਹ ਫੜੇ ਜਾਣਗੇ। ਕਿਸਾਨਾਂ ਨੂੰ ਵੀ ਇਹ ਗੱਲਾਂ ਦੀ ਸਮਝ ਆ ਗਈ ਕਿ ਅੰਕੜੇ ਕਿੱਦਾਂ ਬਣਦੇ ਨੇ, ਕੀ ਬਣਦਾ ਹੈ। ਬਿਲਕੁਲ। ਹੁਣ ਉਹਦੇ ਨਾਲ ਜਿਹੜੀ ਅਸਲੀਅਤ ਦੇ ਨੇੜੇ ਤੇੜੇ ਕੋਈ ਰਿਪੋਰਟਸ ਹੋਣਗੀਆਂ ਰਿਸਰਚ ਦੀਆਂ ਕਿ ਇੰਨੇ ਪੈਸੇ ਚਾਹੀਦੇ ਨੇ, ਇੱਦਾਂ ਹੀ ਲਾਗੂ ਹੋਊਗੀ, ਇਹਦੇ ਉੱਪਰ ਇੱਕ ਵੱਡੀ ਡਿਬੇਟ ਸ਼ੁਰੂ ਹੋਊਗੀ। ਇਹ ਮੈਂ ਗੁਰਾਹਾਂ ਸਾਹਿਬ ਦੀ ਗੱਲ ਨਾਲ 100% ਸਹਿਮਤ ਹਾਂ ਕਿ ਉਸ ਡਿਬੇਟ ਦੇ ਵਿੱਚੋਂ ਕਿਸਾਨੀ ਲੀਡਰਸ਼ਿਪ ਤੈਅ ਕਰੇਗੀ ਕਿ ਹੁਣ ਇਹਦਾ ਹੱਲ ਕੀ ਹੋਵੇ। ਦੂਸਰਾ, ਇਹਦੇ ਵਿੱਚ ਇਹ ਹੋਏਗਾ ਕਿ ਜਿਹੜੀਆਂ ਸਟੇਟਾਂ ਦੇ ਵਿੱਚ ਸਪੈਸ਼ਲੀ ਉਹ ਸਟੇਟਾਂ ਮੈਂ ਕਹਿੰਦਾ ਜਿੱਥੇ ਰੀਜਨਲ ਪਾਰਟੀਆਂ ਦੀ ਸਰਕਾਰ ਹੈ, ਉੱਥੇ ਇਹ ਮੁੱਦਾ ਵੱਡੀ ਪੱਧਰ ਤੇ ਖੜਾ ਹੋਏਗਾ ਕਿ ਜੇ 2 ਸਟੇਟਾਂ 'ਚ 3 ਸਟੇਟਾਂ 'ਚ MSP ਹੈ, ਉੱਥੇ ਫਸਲਾਂ ਖਰੀਦੀਆਂ ਜਾਂਦੀਆਂ ਨੇ, ਤਾਂ ਸਾਡੇ ਕਿਉਂ ਨਹੀਂ ਖਰੀਦੀਆਂ ਜਾਂਦੀਆਂ? ਸਾਡੇ ਕਿਉਂ ਨਹੀਂ? ਆਉਣ ਵਾਲੀਆਂ ਚੋਣਾਂ ਦੇ ਵਿੱਚ ਉਹ ਸਟੇਟ ਦੀਆਂ ਪਾਰਟੀਆਂ ਵੱਲੋਂ ਇਹ ਮੁੱਦਾ ਹੋਏਗਾ ਕਿ ਅਸੀਂ ਇਸ ਗੱਲ ਤੇ ਲੜਾਂਗੇ, ਔਰ ਇਸ ਤੇ ਕੋਈ ਸਰਕਾਰ ਹੋਵੇ, ਚਾਹੇ ਉਹ ਕਾਂਗਰਸ ਦੀ ਹੋਵੇ, ਚਾਹੇ ਉਹ ਕਿਸੇ ਹੋਰ ਪਾਰਟੀ ਦੀ ਹੋਵੇ, ਚਾਹੇ ਜਿਹੜਾ ਹੁਣ ਵਿਰੋਧੀ ਦਲ ਹੈ ਇਹ ਰਲ ਕੇ ਸਰਕਾਰ ਬਣਾਵੇ, ਚਾਹੇ ਉਹ BJP ਦੀ ਸਰਕਾਰ ਹੋਵੇ, ਉਹ ਸਰਕਾਰਾਂ ਤੇ ਆਉਣ ਵਾਲੇ ਸਮੇਂ 'ਚ ਇਹ ਦਬਾਅ ਆਏਗਾ। ਹਾਂ, ਇਹ ਗੱਲ ਮੈਂ ਤੁਹਾਨੂੰ ਫੇਰ ਕਹਿਣਾ ਕਿ ਇਹ ਪੂਰੀ ਤਰ੍ਹਾਂ ਇੱਕਦਮ ਲਾਗੂ ਨਹੀਂ ਹੋਏਗੀ। ਹੋ ਸਕਦਾ ਕੁਝ ਸਰਕਾਰਾਂ 'ਚ, ਕੁਝ ਸਟੇਟਾਂ 'ਚ ਜਿੱਥੇ ਸਟੇਟਾਂ ਦੇ ਰਿਸੋਰਸਸ ਅੱਛੇ ਨੇ, ਉਹ ਗਰੰਟੀ ਪੂਰੀ ਹੋ ਜੇ, ਲਿਮਟਿਡ ਗਰੰਟੀ ਹੋ ਜੇ। ਕੋਈ ਇਹ ਹੋ ਜੇ ਕਿ ਇੰਨੇ % ਜਿਹੜਾ ਅਨਾਜ ਹੈ, ਜਿੱਥੇ ਹੁਣ ਆਪਾਂ 6% ਕਹਿੰਦੇ ਆ ਨਾ, ਕੋਈ ਐਦਾਂ ਦੀ ਗੱਲ ਹੋ ਜਾਏ ਵੀ ਮੰਨ ਲਓ 20% ਸਰਕਾਰ ਖਰੀਦ ਲੇ, 80% ਇਹ ਹੋ ਜਾਏ ਕਿ ਕੋਈ ਬੰਦਾ ਇਦੋਂ ਘੱਟ ਨਹੀਂ ਖਰੀਦ ਸਕਦਾ, ਜੇ ਵਪਾਰੀ ਇਦੋਂ ਘੱਟ ਖਰੀਦੂਗਾ ਉਹਨੂੰ ਉਸ ਦੀ ਸਜ਼ਾ ਮਿਲੇ। ਆਉਣ ਵਾਲੇ ਸਮੇਂ 'ਚ ਇਹ ਜਿੱਧਰ ਨੂੰ ਗੱਲ ਤੁਰ ਪਈ ਹੈ, ਇਹ ਜ਼ਰੂਰ ਹੱਲ ਹੋ ਕੇ ਰਹੇਗਾ। ਇਸ ਗੱਲ ਨਾਲ ਮੈਂ ਸਹਿਮਤ ਹਾਂ ਕਿ ਇਹਦੇ ਵਿੱਚ ਸਰਕਾਰ ਸੌਖਿਆ ਨਹੀਂ ਮੰਨੇਗੀ, ਕਿਉਂਕਿ ਸਰਕਾਰ ਦੇ ਵੀ ਇਸ ਦੇ 2.5 ਸਾਲ ਰਹਿ ਗਏ ਨੇ। ਜੇਕਰ ਇਹ ਸਰਕਾਰ ਨੂੰ ਆਉਣ ਵਾਲੀਆਂ ਚੋਣਾਂ 'ਚ ਟਕੈਤ ਸਾਹਿਬ ਦੇ ਕਹਿਣ ਵਾਂਗੂ ਕਿਸਾਨਾਂ ਨੇ ਦਵਾਈ ਪਿਲਾਤੀ, ਤਾਂ ਇਹ ਆਉਣ ਵਾਲੇ 2.5 ਸਾਲਾਂ ਦੇ ਵਿੱਚ ਇਹੀ ਸਰਕਾਰ ਸਾਰੀਆਂ ਮੰਗਾਂ ਮੰਨੇਗੀ। ਮਤਲਬ MSP ਵੀ ਮੰਨੇਗੀ ਇਹ, ਕਿਉਂਕਿ ਫਿਰ ਦੇ ਪਾਏ ਨਾ ਦੇ ਪਾਏ ਅਗਲੀ ਸਰਕਾਰ ਤੇ ਜ਼ਿੰਮੇਵਾਰੀ ਪਾ ਦੂਗੀ ਵੀ ਜੇ ਦੂਜੀ ਸਰਕਾਰ ਹੀ ਆਪੇ ਦੇਊਗੀ, ਦੇਖੀ ਜਾਊ ਕੀ ਹੋਊਗਾ। ਸਰਕਾਰਾਂ ਦਾ ਇਹ ਰਵੱਈਆ ਹੈ। ਪਰੰਤੂ ਇਸ ਦੇ ਵਿੱਚ ਪੂਰੀ ਦੁਨੀਆ ਨੂੰ ਹਿੰਦੁਸਤਾਨ ਨੇ, ਸਪੈਸ਼ਲੀ ਪੰਜਾਬ, ਹਰਿਆਣਾ, UP ਵਾਲਿਆਂ ਨੇ, ਸਪੈਸ਼ਲੀ ਕਹਿਣਾ ਮੈਂ, ਜਿੱਥੇ ਇੱਕ ਨਵਾਂ ਰਸਤਾ ਦਿਖਾਇਆ ਹੈ, ਕਿਸਾਨੀ ਲਈ ਇੱਕ ਨਵੀਂ ਕਿਰਨ, ਨਵਾਂ ਚਾਨਣ ਦਿਖਾਇਆ ਹੈ, ਉੱਥੇ ਜਿਹੜੀ ਸਭ ਤੋਂ ਵੱਡੀ ਗੱਲ ਹੋਈ ਹੈ ਜਿਹਦਾ ਪ੍ਰਚਾਰ ਘੱਟ ਹੋ ਰਿਹਾ ਹੈ। ਮੈਂ ਇਸ ਗੱਲ ਤੇ ਫੋਕਸ ਨਹੀਂ, ਗੋਦੀ ਮੀਡੀਆ ਵੀ ਇਸ ਗੱਲ ਤੇ ਫੋਕਸ ਕਰ ਨਹੀਂ ਰਿਹਾ, ਈਵਨ ਸਾਰਾ ਮੀਡੀਆ ਘੱਟ ਕਰ ਰਿਹਾ। ਸਭ ਤੋਂ ਵੱਡਾ ਸਿਹਰਾ ਕਿਸਾਨਾਂ ਨੂੰ ਮੈਂ ਇਸ ਗੱਲ ਦਾ ਦਿੰਦਾ ਕਿ ਉਹਨਾਂ ਨੇ ਲੋਕਤੰਤਰ ਬਚਾਇਆ। ਹਾਲੇ ਤੱਕ ਮੀਡੀਆ 'ਚ ਇਹ ਗੱਲ ਨਹੀਂ ਆਈ। ਜਿਵੇਂ ਆਪਾਂ ਕਹਿੰਦੇ ਹਾਂ ਕਿ ਇਹ ਸੰਘਾਤਮਕ ਢਾਂਚਾ ਹੈ ਜਿਹੜਾ ਸਾਡਾ ਫੈਡਰਲ ਸਿਸਟਮ ਸੀ, ਜਿੰਨਾ ਵੱਡਾ ਉਹ ਤੇ ਇਹ ਹਮਲਾ ਸੀ। ਕਿਸਾਨਾਂ ਨੇ ਆਪਣੇ ਹਿੱਤ ਤੇ ਲੜਾਈ ਲੜੀ ਹੈ, ਪਰ ਕੁੱਲ ਮਿਲਾ ਕੇ
ਉਹ ਜਿਹੜਾ ਫੈਡਰਲ ਸਿਸਟਮ ਹੈ ਜਾਂ ਸਾਡਾ ਜਿਹੜਾ ਫੈਡਰਲ ਸੰਵਿਧਾਨ ਹੈ ਉਸ ਦੀ ਰੱਖਿਆ ਹੋਈ ਹੈ ਇਹਦੇ ਨਾਲ ਸਿੱਧੇ ਜਾਂ ਸਿੱਧੇ ਰੂਪ ਚ। ਔਰ ਇਹ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਜਿਹੜੀ 2-4 ਸਾਲ ਨਹੀਂ, ਜਿਵੇਂ ਆਪਾਂ ਆਜ਼ਾਦੀ ਯਾਦ ਕਰਦੇ ਆ ਨਾ, ਏਦਾਂ ਯਾਦ ਕਰਿਆ ਕਰਾਂਗੇ। 70 ਸਾਲ ਨਿਕਲ ਗਏ, ਆਉਣ ਵਾਲੇ ਸਮੇਂ 'ਚ ਕਿਤੇ ਏਦਾਂ ਯਾਦ ਕਰਨਾ ਪਿਆ ਕਰੂਗਾ ਕਿ ਜਿਵੇਂ ਐਮਰਜੈਂਸੀ ਤੋਂ ਬਾਅਦ ਸੰਵਿਧਾਨ ਰੋਲਤਾ ਸੀ ਕਾਂਗਰਸ ਨੇ, ਤੇ ਉਦੋਂ ਵਿਰੋਧੀ ਧਿਰ ਨੇ ਇਕੱਠੇ ਹੋ ਕੇ ਜੈ ਪ੍ਰਕਾਸ਼ ਨਾਰਾਇਣ ਨੇ ਜਿਹੜੀ ਹਿੰਮਤ ਮਾਰੀ, ਤੇ ਉਸ ਤੋਂ ਬਾਅਦ 1975 ਦੀ ਗੱਲ ਹੋ ਗਈ, ਉਹ 77 ਚ ਆ ਕੇ ਉਹ ਐਮਰਜੈਂਸੀ ਦੇ ਖਿਲਾਫ ਲੜਾਈ ਲੜ ਕੇ ਉਹ ਜੇਪੀ ਮੂਵਮੈਂਟ ਜਿੱਤਿਆ, ਜਿਹੜਾ ਜੇਪੀ ਮੂਵਮੈਂਟ ਕਹਿੰਦੇ ਆ। ਮਤਲਬ ਉਹ 75 ਤੋਂ ਬਾਅਦ ਤੁਸੀਂ ਇਹ ਕਹਿ ਲਓ 25 ਤੇ 20 45 ਸਾਲ ਬਾਅਦ ਦੁਬਾਰਾ ਫਿਰ ਬਿਲਕੁਲ ਐਡਾ ਵੱਡਾ ਸੰਘਰਸ਼ ਕੀਤਾ ਹੈ। ਔਰ ਇਹ ਜੋ ਫਿਰ ਮੈਂ ਉਸ ਗੱਲ ਤੇ ਕਹਿਣਾ ਜਿਹੜੀ ਉਗਰਾਹਾਂ ਸਾਹਿਬ ਗੱਲ ਕਹਿੰਦੇ ਨੇ, ਮੈਨੂੰ ਉਹ ਚ ਸੱਚ ਲੱਗਦਾ ਹੈ ਵੀ ਇਹ ਲਾਮਬੰਦ ਇੱਕ ਵਾਰੀ ਕਿਸਾਨਾਂ ਨੂੰ ਫਿਰ ਹੋਣਾ ਪਵੇਗਾ। ਔਰ ਜੇ ਕਿਸਾਨ ਸਮੇਂ ਸਿਰ ਲਾਮਬੰਦ ਹੋ ਗਏ, ਮੈਨੂੰ ਇਹ ਲੱਗਦਾ ਹੈ ਕਿ ਇਹਦੇ ਸਿਆਸੀ ਪ੍ਰਭਾਵ ਵੀ ਬਹੁਤ ਅੱਛੇ ਪੈਣਗੇ। ਪਰ ਹੁਣ ਮੈਨੂੰ ਇਹ ਲੱਗ ਰਿਹਾ ਕਿ ਇਸ ਲਾਮਬੰਦੀ ਦੇ ਵਿੱਚ ਹੁਣ ਬਾਕੀ ਸਟੇਟਾਂ ਦਾ ਰੋਲ ਵੀ ਸ਼ਾਇਦ ਵੱਡਾ ਹੋਊਗਾ, ਸਪੈਸ਼ਲੀ ਫਿਰ ਮੈਂ ਦੁਬਾਰਾ ਕਹਿਣਾ ਜਿੱਥੇ ਰੀਜਨਲ ਪਾਰਟੀਆਂ ਦੀ ਸਰਕਾਰ ਹੈ, ਚਾਹੇ ਉਹ ਸਾਊਥ ਇੰਡੀਆ ਦੇ 4-5 ਸੂਬੇ ਹੋਣ, ਚਾਹੇ ਉਹ ਬੰਗਾਲ ਹੋਵੇ, ਚਾਹੇ ਉਹ ਉੜੀਸਾ ਹੋਵੇ, ਚਾਹੇ ਉਹ ਮਹਾਰਾਸ਼ਟਰ ਹੋਵੇ, ਜਿੱਥੇ ਬੀਜੇਪੀ ਤੇ ਕਾਂਗਰਸ ਦੀ ਬਜਾਏ ਨਾ ਰੀਜਨਲ ਪਾਰਟੀਆਂ ਦੀ ਸਰਕਾਰ ਹੈ। ਉਹਨਾਂ ਨੂੰ ਜਿਵੇਂ ਸਾਰੀਆਂ ਪੋਲੀਟੀਕਲ ਪਾਰਟੀਆਂ ਕਰਦੀਆਂ ਨੇ, ਕਿਸਾਨਾਂ ਨੂੰ ਲੋਭ ਲੁਭਾਉਣ ਦਾ ਨਾਅਰਾ ਦੇਣ ਲਈ ਉਹਨਾਂ ਲਈ ਇੱਕ ਬਹੁਤ ਵੱਡਾ ਉਹਨਾਂ ਕੋਲੇ ਇਹ ਕਹਿ ਲਓ ਕਿ ਇੱਕ ਹਥਿਆਰ ਮਿਲ ਗਿਆ। ਜਦੋਂ ਉਹ ਕਿਸਾਨਾਂ ਦਾ ਨਾਅਰਾ ਲਾਉਣਗੇ ਕਿ ਜੇ ਸਾਨੂੰ ਵੋਟਾਂ ਦੇਵਾਂਗੇ ਅਸੀਂ ਤੁਹਾਨੂੰ MSP ਦਵਾਵਾਂਗੇ, ਮੇਰੇ ਖਿਆਲ ਮੁਤਾਬਕ ਇਹ ਵੱਡਾ ਮੁੱਦਾ ਬਣ ਕੇ ਉੱਭਰੇਗਾ। ਜੀ ਬਿਲਕੁਲ। ਧਾਲੀਵਾਲ ਸਾਹਿਬ ਸ਼ੁਕਰੀਆ ਗੱਲਬਾਤ ਦੇ ਲਈ ਜੀ। ਦੋਸਤੋ ਸਾਡੇ ਨਾਲ ਬਣੇ ਹੋਏ ਸੀ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਸਾਹਿਬ ਨੇ ਬੜੇ ਹੀ ਡੂੰਘਾਈ 'ਚ ਜਾ ਕੇ ਸਾਰਾ ਮਸਲਾ ਤੁਹਾਡੇ ਅੱਗੇ ਰੱਖਿਆ। ਗੱਲ MSP ਤੇ ਵੀ ਕੀਤੀ ਕਿ MSP ਤੇ ਕਮੇਟੀ ਤਾਂ ਬਣ ਗਈ, ਪਰ ਕਿਸਾਨ ਆਗੂ ਕਹਿੰਦੇ ਨੇ ਅੰਦੋਲਨ ਤਾਂ ਲੜਨਾ ਹੀ ਪਊਗਾ MSP ਤੇ। ਇਸ ਅੰਦੋਲਨ ਨਾਲ ਨਹੀਂ, ਜੋ ਅੰਦੋਲਨ ਹੁਣ ਚੱਲਦਾ, ਅੰਦੋਲਨ ਦੇ ਉੱਤੇ ਜੋਗਿੰਦਰ ਸਿੰਘ ਉਗਰਾਹਾਂ ਕਹਿੰਦੇ ਨੇ ਇੱਕ ਅੰਦੋਲਨ ਹੋਰ ਖੜਾ ਕਰਾਂਗੇ, ਉਸ ਅੰਦੋਲਨ ਰਾਹੀਂ ਅਸੀਂ BJP ਸਰਕਾਰ ਨੂੰ MSP ਤੇ ਲੈ ਕੇ ਆਉਣ ਲਈ ਮਜਬੂਰ ਕਰਾਂਗੇ। ਕਮੇਟੀ ਬਣ ਗਈ, ਇਹਦੇ ਵਿੱਚੋਂ ਕੀ ਨਿਕਲ ਕੇ ਆਊਗਾ ਜੋ ਵੀ ਹੋਊਗਾ ਤੁਹਾਡੇ ਸਾਹਮਣੇ ਰੱਖਾਂਗੇ। ਤੁਸੀਂ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਲੋਕ ਰਾਣਾ ਚੈਨਲ, ਤੇ ਹੁਣ ਮੈਨੂੰ ਦਿਓ ਇਜਾਜ਼ਤ। ਧੰਨਵਾਦ।